ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਵਿਚਾਰ ਕਰ ਚੁੱਕੇ ਹਾਂ ਕਿ ਗੁਰਬਾਣੀ ਦੇ ਸਿਰਲੇਖਾਂ ਵਿੱਚ ਜਿਹੜਾ ਘਰ ਪਹਿਲਾ, ਦੂਜਾ, ਤੀਜਾ ਆਉਂਦਾ ਹੈ, ਇਹਨਾਂ ਘਰਾਂ ਦਾ ਸੰਗੀਤ ਦੇ ਤਾਲ, ਸੁਰ ਜਾਂ ਰਾਗ ਦੇ ਨਾਲ ਕੋਈ ਸੰਬੰਧ ਨਹੀਂ ਹੈ। ਅਸੀਂ ਇਹ ਵੀ ਵਿਚਾਰ ਕਰ ਚੁੱਕੇ ਹਾਂ ਕਿ ਇਹਨਾਂ ਸਿਰਲੇਖਾਂ ਵਿੱਚ ਲਿਖਿਆ ਗਾਵਣਾ ਦਾ ਅਸਲ ਭਾਵ ਗੁਰਬਾਣੀ ਨੂੰ ਸਮਝਣਾ ਹੈ। ਹੁਣ ਸਾਡੇ ਪਾਸ ਅਸਲ ਮੁੱਦਾ ਇਹ ਹੈ ਕਿ ਫਿਰ ਘਰ ਹੈ ਕੀ। ਅਸੀਂ ਇਸ ਵੀਡੀਓ ਵਿੱਚ ਇਹਦੇ ਬਾਰੇ ਚਰਚਾ ਕਰਨੀ ਹੈ। ਗੁਰਬਾਣੀ ਦਾ ਘਰ ਗੁਰਬਾਣੀ ਨੂੰ ਸਮਝਣ ਦਾ ਢੰਗ ਹੈ। ਕਿਉਂ ਜੋ ਸਾਰੀ ਗੁਰਬਾਣੀ ਨੂੰ ਇੱਕੋ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ ਹੈ, ਇਸ ਕਰਕੇ ਗੁਰਬਾਣੀ ਦਾ ਘਰ ਵੀ ਇੱਕੋ ਪ੍ਰਕਾਰ ਦਾ ਨਹੀਂ ਹੈ। ਵੱਖ-ਵੱਖ ਪ੍ਰਕਾਰ ਦੇ ਘਰ ਹਨ। ਅਸੀਂ ਇਸ ਵੀਡੀਓ ਵਿੱਚ ਘਰ ਪਹਿਲੇ ਦੇ ਸ਼ਬਦਾਂ ਦੀ ਚਰਚਾ ਕਰਨੀ ਹੈ। ਹੁਣ ਇੱਥੇ ਅਸੀਂ ਕਿਹਾ ਸ਼ਬਦਾਂ ਨਹੀਂ ਕਿਹਾ। ਪੰਜਾਬੀ, ਹਿੰਦੀ ਔਰ ਫਾਰਸੀ ਵਿੱਚ ਸ਼ਬਦ ਬੋਲਦੇ ਹੈ ਅੱਖਰਾਂ ਦੇ ਸਮੂਹ ਨੂੰ, ਜਦ ਕਿ ਗੁਰਬਾਣੀ ਦੀ ਭਾਸ਼ਾ ਵਿੱਚ ਸ਼ਬਦ ਦਾ ਮਤਲਬ ਹੋਰ ਹੈ। ਇਸ ਕਰਕੇ ਸ਼ਬਦ ਨੂੰ ਸ਼ਬਦ ਵਾਂਗੂ ਜਾਂ ਸ਼ਬਦ ਨੂੰ ਸ਼ਬਦ ਵਾਂਗੂ ਆਪਸ ਵਿੱਚ ਨਹੀਂ ਦੇਖਿਆ ਜਾ ਸਕਦਾ ਹੈ। ਆਓ ਦੇਖੀਏ ਗੁਰਬਾਣੀ ਦਾ ਸ਼ਬਦ ਕੀ ਹੈ। 999 ਅੰਕ ਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਗੁਰਬਾਣੀ ਵਿੱਚ ਸ਼ਬਦ ਕੀ ਹੁੰਦਾ ਹੈ। 4 ਪਦੇ ਨੇ, ਰਹਾਉ ਦਾ ਪਦਾ ਵੀ ਹੈ, ਸਾਰੇ ਪਦਿਆਂ ਤੋਂ ਬਾਅਦ ਏਕਾ ਲੱਗਿਆ ਹੈ। ਇਹ ਏਕਾ ਪ੍ਰਤੀਕ ਹੈ ਕਿ ਇਹਨਾਂ 4 ਪਦਿਆਂ ਦਾ ਤੇ ਰਹਾਉ ਦੇ ਪਦੇ ਦੇ ਸਮੂਹ ਨੂੰ ਗੁਰਬਾਣੀ ਵਿੱਚ ਕਿਹਾ ਜਾਂਦਾ ਹੈ ਸ਼ਬਦ। ਤੋਂ ਇਉਂ ਸ਼ਬਦ ਪਦਾਂ ਦਾ ਸਮੂਹ ਹੈ। ਇਹਦੇ ਵਿੱਚ ਰਹਾਉ ਦਾ ਪਦਾ ਵੀ ਹੋ ਸਕਦਾ ਹੈ। ਇਸ ਕਰਕੇ ਸ਼ਬਦ ਸ਼ਬਦ ਤੋਂ ਭਿੰਨ ਹੈ। ਸ਼ਬਦ ਹੋਰ ਹੈ, ਸ਼ਬਦ ਹੋਰ ਹੈ। ਜਦੋਂ ਸ਼ਬਦ ਘਰ ਪਹਿਲੇ ਦਾ ਹੋਏ, ਇਸ ਘਰ ਪਹਿਲੇ ਦਾ ਕੀ ਭਾਵ ਹੈ, ਸਾਡਾ ਅੱਜ ਦੀ ਇਸ ਵੀਡੀਓ ਦਾ ਇਹ ਵਿਸ਼ਾ ਹੈ। ਘਰ ਪਹਿਲੇ ਦਾ ਮਤਲਬ ਕੀ ਹੈ? ਘਰ ਪਹਿਲਾ ਸਾਨੂੰ 3 ਬੁਨਿਆਦੀ ਚੀਜ਼ਾਂ ਦੱਸਦਾ ਹੈ। ਪਹਿਲੀ ਚੀਜ਼ ਹੈ ਘਰ ਪਹਿਲੇ ਦੇ ਸ਼ਬਦਾਂ ਦੀਆਂ ਤੁਕਾਂ ਵਿੱਚ ਗੁਰਬਾਣੀ ਦਾ ਸੁਨੇਹਾ ਕਿਹੋ ਜਿਹਾ ਹੁੰਦਾ ਹੈ, ਪਹਿਲੀ ਬਾਤ। ਦੂਸਰੀ ਗੱਲ, ਘਰ ਪਹਿਲੇ ਦੇ ਸ਼ਬਦਾਂ ਵਿੱਚ ਵਿਸ਼ਰਾਮ ਕਿਵੇਂ ਦੇਣੇ ਹਨ, ਦੂਸਰੀ ਬਾਤ। ਔਰ ਤੀਸਰੀ ਗੱਲ, ਘਰ ਪਹਿਲੇ ਤੋਂ ਜੋ ਪ੍ਰਤੀਕ ਹੈ, ਘਰ ਪਹਿਲੇ ਦੇ ਸ਼ਬਦਾਂ ਦੇ ਉਚਾਰਨ ਦਾ ਲਹਿਜਾ ਕੀ ਹੁੰਦਾ ਹੈ। ਤਾਂ ਆਓ ਦੇਖਦੇ ਹਾਂ ਇਹਨਾਂ ਵਿੱਚੋਂ ਪਹਿਲੀ ਬਾਤ, ਘਰ ਪਹਿਲੇ ਦੇ ਸ਼ਬਦਾਂ ਦੀਆਂ ਤੁਕਾਂ ਵਿੱਚ ਗੁਰਬਾਣੀ ਦਾ ਸੁਨੇਹਾ ਕਿਵੇਂ ਸਮਝਣਾ ਹੈ। ਇੱਕ ਬੜੀ ਬੁਨਿਆਦੀ, ਸ਼ੁਰੂਆਤੀ ਔਰ ਸਰਲ ਬਾਤ, ਘਰ ਪਹਿਲੇ ਦੇ ਹਰ ਸ਼ਬਦ ਦੀ ਹਰ ਤੁਕ ਵਿੱਚ ਇੱਕ ਘਰ ਹੁੰਦਾ ਹੈ। ਹੁਣ ਇੱਥੇ ਸ਼ਬਦ ਆ ਗਿਆ ਘਰ। ਹੁਣ ਘਰ ਕੀ ਹੁੰਦਾ ਹੈ? ਗੁਰਬਾਣੀ ਦਾ ਇੱਕ ਘਰ ਗੁਰਬਾਣੀ ਦਾ ਇੱਕ ਅਧਿਆਤਮਕ ਵਿਸ਼ਾ ਹੈ। ਅਸੀਂ ਕਹਿੰਦੇ ਹਾਂ ਕਿ ਇਹਦੇ ਵਿੱਚ ਗੱਲ ਕੀ ਹੈ, ਇਹਦੇ ਵਿੱਚ ਨਿਕਲਿਆ ਕੀ ਹੈ। ਉਹ ਜੋ ਗੱਲ ਹੈ, ਉਹ ਜੋ ਵਿਸ਼ਾ ਹੈ, ਉਹ ਵਿਸ਼ਾ ਗੁਰਬਾਣੀ ਦਾ ਇੱਕ ਘਰ ਹੈ। ਜੇਕਰ ਸ਼ਬਦ ਘਰ ਪਹਿਲੇ ਦਾ ਹੈ ਤਾਂ ਇਸ ਸ਼ਬਦ ਦੇ ਹਰ ਤੁਕ ਵਿੱਚ ਇੱਕ ਅਧਿਆਤਮਕ ਵਿਸ਼ਾ ਹੋਏਗਾ, ਭਾਵ ਇੱਕ ਘਰ ਹੋਏਗਾ। ਹੁਣ ਇੱਥੇ ਇੱਕ ਹੋਰ ਸ਼ਬਦ ਵਰਤਿਆ ਸੀ ਤੁਕ ਵਿੱਚ। ਤਾਂ ਤੁਕ ਕੀ ਹੁੰਦੀ ਹੈ? ਹਿੰਦੀ ਵਿੱਚ ਅਸੀਂ ਬੋਲਦੇ ਹਾਂ ਪੰਕਤੀ ਹੈ, ਪੰਜਾਬੀ ਵਿੱਚ ਬੋਲਦੇ ਹਾਂ ਵਾਕ ਹੈ, ਅੰਗਰੇਜ਼ੀ ਵਿੱਚ ਬੋਲਦੇ ਹਾਂ ਸੈਂਟੈਂਸ ਹੈ, ਪਰ ਗੁਰਬਾਣੀ ਵਿੱਚ ਬੋਲਦੇ ਹਾਂ ਤੁਕ ਹੈ। ਗੁਰੂ ਸਾਹਿਬ ਨੇ ਇੱਕ ਤੁਕੇ, ਦੋ ਤੁਕੇ, ਤਿੰਨ ਤੁਕੇ, 4 ਤੁਕੇ ਲਿਖ ਕੇ ਸਾਨੂੰ ਇਸ ਪ੍ਰਤੀ ਸੁਚੇਤ ਕੀਤਾ ਹੈ। ਘਰ ਪਹਿਲੇ ਦੀ ਸਾਰੀ ਤੁਕ ਵਿੱਚੋਂ ਇੱਕੋ ਅਧਿਆਤਮਕ ਸੁਨੇਹਾ ਮਿਲਦਾ ਹੈ। ਜਿਵੇਂ ਇੱਕ ਤੁਕ ਹੈ, ਨਦਰੀ ਆਵੇ ਤਿਸ ਸਿਉ ਮੋਹ। ਤੋ ਇਹ ਸਾਰੀ ਤੁਕ ਵਿੱਚੋਂ ਕੇਵਲ ਇੱਕ ਸੁਨੇਹਾ ਹੀ ਹੋ ਸਕਦਾ ਹੈ, ਇੱਕ ਸੁਨੇਹਾ ਹੈ। ਜਦੋਂ ਘਰ ਪਹਿਲੇ ਦਾ ਸ਼ਬਦ ਹੈ, ਸ਼ਬਦ ਵਿੱਚ ਪਦੇ ਨੇ, ਪਦੇ ਵਿੱਚ ਤੁਕਾਂ ਨੇ, ਤੁਕਾਂ ਵਿੱਚ ਅਧਿਆਤਮਕ ਵਿਸ਼ੇ ਨੇ। ਇਹ ਵਿਸ਼ੇ ਤੁਕਾਂ ਦੇ ਆਪਸ ਵਿੱਚ ਸੰਬੰਧਿਤ ਵੀ ਹੋ ਸਕਦੇ ਨੇ ਤੇ ਇੱਕ ਦੂਜੇ ਤੋਂ ਸੁਤੰਤਰ ਵੀ ਹੋ ਸਕਦੇ ਨੇ। ਅਸੀਂ ਇੱਕ ਇਹੋ ਜਿਹਾ ਪਤਾ ਦੇਖਦੇ ਹਾਂ, ਇਹ ਸ਼ਬਦ ਹੈ ਘਰ ਪਹਿਲੇ ਦਾ ਤੇ ਤਿਤੁਕੇ ਪਦਾ ਹੈ, ਤਿੰਨੇ ਤੁਕਾਂ ਇੱਕ ਦੂਜੇ ਤੋਂ ਸੁਤੰਤਰ ਨੇ। ਪਹਿਲੀ ਜੋ ਤੁਕ ਹੈ ਉਸਦਾ ਵਿਸ਼ਾ ਹੈ ਮੇਰੇ ਪਰਥਾਏ, ਕਿਸ ਹੋ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਹੋਸੀ। तो ये मेरे परथाया, मैं किस तो क्यों मंगा, किस दी आराधना क्यों करा, जे सारा कुछ तेरा किया होया। तो ये मेरे परथाए आ गया। दूसरा है लोकाई परथाए, दूजी तुक, जो जो दिसै वड्डा वडेरा सो सो खाकू रसी। तो ये दूसरी तुक दा दूसरा विषय है, ये लोकाई परथाए है।
तीसरी तुक दा विशा करतार परथाए, निरभाव निरंकार भव खंडन सब सुख नव निध देसी। तो ये जो सारे विषय ने एक दूसरे सुतंत्र ने, पर हर तुक विचों सानू एक एक सुनेहा मिल रहा है। इस तरह का एक होर असीं पदा देखते हैं घर पहले दे शब्द का, जिथे के विषय एक दूजे नाल संबंधित ने। मोती ता मंदिर उसर है, रत्नी ता होए जड़ाओ। मंदिर दी बात, घर मंदिर परथाए है। दूसरा, उसे मंदिर तो उपजे चाओ बारे, कस्तूर कुंगू अगर चंदन लीप आवे चाओ। फिर इन इस चाओ विच खचत होण बारे, मत देख भूला विसरै तेरा चित ना आवे। तो ये अजिहा पदा है जिहदे च कुछ तुकां दा आपस विच संबंध है। एक बात स्थापित है कि भावें ये विषयां दा आपस विच संबंध होए, भावें विषय सुतंत्र होण, पर घर पहले दे शब्द दे विषयां नूं, घर पहले दे शब्द दे सुनेहियां नूं समझण दा तरीका यही है कि हर तुक विचों एक एक विषा, हर तुक विचों एक एक घर उसनूं लई जाना है, पहुंची जाना है ते अगलियां तुकां नूं पढ़ना है। ਹੁਣ ਕੀ ਹੁੰਦਾ ਕਿ ਇਸ ਤਰ੍ਹਾਂ ਤੁਕਾਂ ਦੇ ਮੇਲ ਦੇ ਨਾਲ ਇੱਕ ਪਦਾ ਬਣ ਜਾਂਦਾ ਹੈ। ਇਸ ਤਰ੍ਹਾਂ ਹੋਰ ਦੂਸਰਾ ਪਦਾ ਹੈ, ਇਸ ਤਰ੍ਹਾਂ ਤੀਸਰਾ ਪਦਾ ਹੈ, ਪਰ ਵਿਧਾਨ ਉਹੀ ਚੱਲੀ ਜਾਂਦਾ ਹੈ। ਇੱਕ ਤੋਂ ਬਾਅਦ ਦੂਜਾ ਪਦਾ ਆਈ ਜਾਏਗਾ ਤੇ ਅਸੀਂ ਹਰ ਤੁਕ ਵਿੱਚੋਂ ਇੱਕ ਇੱਕ ਅਧਿਆਤਮਕ ਵਿਸ਼ਾ, ਇੱਕ ਇੱਕ ਘਰ ਪਹੁੰਚੀ ਜਾਵਾਂਗੇ। ਪਰ ਕਈ ਵਾਰੀ ਇਦਾਂ ਹੁੰਦਾ ਹੈ, ਸ਼ਬਦ ਦੇ ਸਾਰੇ ਪਦਾਂ ਵਿੱਚ ਇੱਕ ਇਹੋ ਜਿਹਾ ਪਦਾ ਆ ਗਿਆ ਹੈ ਜਿਸ ਵਿੱਚ ਕੋਈ ਇਹੋ ਜਿਹਾ ਸੁਨੇਹਾ ਹੈ ਕਿ ਜਿਸ ਨੂੰ ਸਮਝਣ ਦਾ ਢੰਗ ਇਹ ਵਾਲਾ ਜੋ ਚੱਲ ਰਿਹਾ ਹੈ ਪਿੱਛੋਂ ਘਰ ਪਹਿਲੇ ਅਨੁਸਾਰ ਕਿ ਹਰ ਤੁਕ ਵਿੱਚੋਂ ਇੱਕ ਇੱਕ ਕਰ ਲੈਣਾ ਹੈ, ਉਸ ਤੋਂ ਭਿੰਨ ਹੈ, ਉਸ ਤੋਂ ਰਿਹਾ ਹੋਇਆ ਹੈ। ਇਸ ਪਦੇ ਨੂੰ ਗੁਰੂ ਸਾਹਿਬ ਬੋਲਦੇ ਨੇ ਰਹਾਉ ਦਾ ਪਦਾ ਹੈ। ਤਾਂ ਫਿਰ ਜਦੋਂ ਅਸੀਂ ਸਾਰੇ ਘਰ ਪਹਿਲੇ ਦੇ ਸ਼ਬਦ ਦੇਖਦੇ ਹਾਂ, ਇਹ ਰਹਾਉ ਦਾ ਪਦਾ ਜਾਂ ਘਰ ਦੂਜੇ ਵਿੱਚ ਹੁੰਦਾ ਹੈ, ਤੀਜੇ ਵਿੱਚ ਹੁੰਦਾ ਹੈ, ਚੌਥੇ, ਪੰਜਵੇਂ ਜਾਂ ਛੇਵੇਂ ਵਿੱਚ ਹੁੰਦਾ ਹੈ। ਅਸੀਂ ਕੋਈ ਇਹੋ ਜਿਹਾ ਸ਼ਬਦ ਦੇਖਦੇ ਹਾਂ ਘਰ ਪਹਿਲੇ ਦਾ ਸ਼ਬਦ ਹੋਏ, ਪਰ ਰਹਾਉ ਦਾ ਪਦਾ ਘਰ ਦੂਜੇ ਵਿੱਚ ਹੋਏ। शब्द है 595 अंक पे, सबना मरना आया वे छोड़ा सबना। तो एक बात है, एक घर पहले दा चलन चल रहा है, पर इस दा रहाव दा पदा तुतु के पदा पीस लाहे हो साचा सोए जाकी नदर सदा सुख होए। और सोए जाकी नदर, तो पीस लाहे हो साचा सोए जाकी नदर सदा सुख होए। ये दो तुकां रलियां, दो तुकां विच दो घर रले ਤਾਂ ਸੁਨੇਹਾ ਪੂਰਾ ਹੋਇਆ। ਇਹ ਚਲਨ ਹੈ ਘਰ ਦੂਜੇ ਦਾ, ਜਦ ਕਿ ਘਰ ਪਹਿਲੇ ਦੇ ਸ਼ਬਦ ਵਿੱਚ ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਤੋ ਇਹ ਸਾਨੂੰ ਸੁਨੇਹਾ ਇੱਕ ਘਰ ਦਾ ਮਿਲ ਜਾਂਦਾ ਹੈ। ਤੋ ਇਹ ਘਰ ਪਹਿਲੇ ਦੇ ਸੁਨੇਹੇ ਤੋਂ ਰਿਹਾ ਹੋਇਆ ਇੱਕ ਪਦਾ, ਜਿਹਦੇ ਵਿੱਚ ਸਮਝਣ ਦਾ ਢੰਗ ਪਹਿਲੇ ਅਨੁਸਾਰ ਨਹੀਂ, ਘਰ ਪਹਿਲੇ ਤੋਂ ਰਿਹਾ ਹੋਇਆ ਹੈ, ਉਹ ਇਹ ਹੈ ਘਰ ਦੂਜੇ ਵਿੱਚ। ਤਾਂ ਐਵੇਂ ਹੀ ਅਸੀਂ ਇੱਕ ਹੋਰ ਸ਼ਬਦ ਦੇਖਦੇ ਹਾਂ ਕਿ ਸ਼ਬਦ ਤਾਂ ਹੈ ਘਰ ਪਹਿਲੇ ਵਿੱਚ, ਪਰ ਇਹਦੇ ਵਿੱਚ ਇੱਕ ਰਹਾਉ ਦਾ ਪਦਾ ਹੈ, ਜਿਸ ਰਹਾਉ ਦੇ ਪਦੇ ਵਿੱਚ ਇਹੋ ਜਿਹਾ ਸੁਨੇਹਾ ਹੈ ਜਿਹੜਾ ਕਿ ਘਰ ਤੀਜੇ ਵਿੱਚ ਸਮਝਣਾ ਹੈ। ਸ਼ਬਦ ਹੈ ਘਰ ਪਹਿਲੇ ਦਾ, ਉਸ ਦਾ ਚਲਨ ਹੈ ਸੰਤ ਜਨਾ ਮਿਲ ਭਾਈਆ ਕਟੜਿਆ ਜਮਕਾਰ। ਇੱਕ ਤੁਕ, ਇੱਕ ਸੁਨੇਹਾ, ਇੱਕ ਘਰ। ਪਰ ਰਹਾਉ ਦਾ ਪਦਾ ਮੇਰੇ ਸਤਿਗੁਰਾ ਹੋ ਤੁਧ ਵਿਟ ਹੋ ਕੁਰਬਾਨ। ਪਹਿਲਾ ਘਰ ਤੇਰੇ ਦਰਸ਼ਨ ਕੋ ਬਲਿਹਾਰਣਾ, ਦੂਜਾ ਘਰ ਤੁਸ ਦਿੱਤਾ ਅੰਮ੍ਰਿਤ ਨਾ, ਤੀਜਾ ਘਰ। ਇਹ ਤਿੰਨੇ ਘਰ ਰਲਣਗੇ ਤਾਂ ਰਹਾਉ ਦੇ ਪਦੇ ਦਾ ਸੁਨੇਹਾ ਤਿੰਨ ਘਰਾਂ ਨਾਲ ਸੰਪੂਰਨ ਹੋਏਗਾ। ਤਾਂ ਕਿਉਂਕਿ ਤਿੰਨ ਘਰਾਂ ਵਾਲਾ ਸੁਨੇਹਾ ਹੈ, ਤਾਂ ਘਰ ਪਹਿਲੇ ਦੇ ਸਮੁੱਚੇ ਸ਼ਬਦ ਤੋਂ ਰਿਹਾ ਹੋਇਆ ਹੈ, ਤਾਂ ਇਸ ਕਰਕੇ ਇਸ ਸ਼ਬਦ ਦਾ ਇਹ ਰਹਾਉ ਦਾ ਪਦਾ ਹੈ। ਹੁਣ ਅਸੀਂ ਰਹਾਉ ਦਾ ਪਦਾ ਇਹੋ ਜਿਹਾ ਦੇਖਦੇ ਹਾਂ, ਸ਼ਬਦ ਹੈ ਘਰ ਪਹਿਲੇ ਦਾ, ਪਰ ਰਹਾਉ ਦਾ ਪਦਾ ਹੈ ਘਰ ਚੌਥੇ ਵਿੱਚ। ਘਰ ਚੌਥੇ ਵਿੱਚ ਹੋਏਗਾ ਮਤਲਬ ਚਾਰ ਘਰ ਰਲਣਗੇ ਤਾਂ ਸੁਨੇਹਾ ਪੂਰਾ ਹੋਏਗਾ, ਜਦ ਕਿ ਘਰ ਪਹਿਲੇ ਦਾ ਸ਼ਬਦ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਨਿਰੰਕਾਰ ਆਕਾਰ ਹੈ ਆਪੇ, ਆਪੇ ਭਰਮ ਭੁਲਾਏ। ਇਹ ਆਪੇ ਗੁਰੂ ਸਾਹਿਬ ਨੇ ਭਰਮ ਜਾਲ ਪਾਇਆ ਹੈ ਕਿ ਨਿਰੰਕਾਰ ਵੀ ਉਹ ਆਪ ਹੈ ਤੇ ਸਾਰਾ ਆਕਾਰ ਵੀ ਉਹੀ ਆਪ ਹੈ। तो आकार भी है, निरंकार भी है, किहो जिहा भरम है। तो ये निरंकार आकार है आपे, आपे भरम भुलाए। तो ये सानू एक विषय सानू प्राप्त होया है पहली तुक विचों। तो ये घर पहले दा चलन है, पर इसे शब्द दा रहाओ दा पदा चार घरां दे मेल नाल संपूर्ण होंदा है। अपना भाणा आपे जाणै, पहला घर। गुर किरपा ते लहीए, वो जानदा है, पहली बात है, पर मैनू उसकी सोझी हो जाती है, दूजी बात है। तो दूजा घर है। तीसरा घर एहा सकत सिवै कर आवे। ये जो मायावी जड़ी मेरी तौर है, उस तो मेरा ध्यान सुरत हट के प्रभु वाल चली जाती है।
ये तीसरा घर है, ਤਾਂ ਮੈਨੂੰ ਸੋਝੀ ਹੁੰਦੀ ਹੈ। तो जीव दया मर रही है तो मेरी उत्तम ये अवस्था हो जाती है। चौथा घर, चार घर रल के सुनेहा संपूर्ण होया, एक घर चौथे का चलन है। ये चलन घर पहले तो रहा होया है, इस करके घर पहले दे शब्द का ये रहाव दा पदा है। घर पहले का यो शब्द देखते हैं जिस विच रहाव दा पदा घर पंजवें विच है। 634 अंक ते दुबदा ना पढ़ाओ, हर बिन होर ना पूजाओ, बड़े मसान ना जाई। एक घर का विषा घर पहले दे शब्द दा। तो ਇਹਦੇ ਵਿੱਚ ਰਹਾਉ ਦਾ ਪਦਾ ਘਰ ਪੰਜਵੇਂ ਵਿੱਚ ਮਨ ਬੈਰਾਗ ਰਤੋ ਬੈਰਾਗੀ, ਪਹਿਲਾ ਘਰ। ਸ਼ਬਦ ਮਨ ਬੇਦਿਆ ਮੇਰੀ ਮਾਈ, ਦੂਜਾ ਘਰ। ਅੰਤਰ ਜੋਤ, ਤੀਜਾ ਘਰ। ਨਿਰੰਤਰੇ ਬਾਣੀ, ਚੌਥਾ ਘਰ। ਸਾਚੇ ਸਾਹਿਬ ਸਿਓ ਲਿਵ ਲਾਈ, ਪੰਜਵਾਂ ਘਰ। तो ਇਹ ਪੰਜ ਘਰਾਂ ਦੇ ਮੇਲ ਦੇ ਨਾਲ ਸਾਨੂੰ ਰਹਾਉ ਦੇ ਪਦੇ ਦਾ ਸੁਨੇਹਾ ਬਿਲਕੁਲ ਘਰ ਪਹਿਲੇ ਤੋਂ ਦੀ ਤੌਰ ਤੋਂ ਹਟ ਕੇ ਘਰ ਪਹਿਲੇ ਨੂੰ ਸਮਝਣ ਦਾ ਤਰੀਕਾ ਹਰ ਤੁਕ ਵਿੱਚੋਂ ਇੱਕ ਇੱਕ ਸੁਨੇਹਾ ਇੱਕ ਕਰਦਾ, ਜਦ ਕਿ ਰਹਾਉ ਦੇ ਪਦੇ ਵਿੱਚੋਂ ਇਸ ਵਿੱਚ ਸਾਨੂੰ ਘਰ ਪੰਜਵੇਂ ਦਾ ਸੁਨੇਹਾ ਮਿਲਿਆ ਹੈ। ਘਰ ਪਹਿਲੇ ਦੇ ਸ਼ਬਦ ਵਿੱਚ ਇਹੋ ਜਿਹਾ ਰਹਾਉ ਦਾ ਪਦਾ ਵੀ ਹੁੰਦਾ ਕਿ ਜਿਹੜਾ ਸਾਨੂੰ ਸੁਨੇਹਾ ਘਰ ਛੇਵੇਂ ਵਿੱਚ ਮਿਲਦਾ ਹੈ। ਉਹ 6 ਘਰਾਂ ਦੇ ਨਾਲ ਸਾਨੂੰ ਸੁਨੇਹਾ ਮਿਲੇਗਾ। 490 ਅੰਕ ਤੇ ਤ੍ਰਿਗ ਇਹ ਵੇਹਾ ਜੀਵਨਾ ਜਿਤ ਹਰ ਪ੍ਰੀਤ ਨਾ ਪਾਏ। तो एक घर एक अध्यात्मक विषय। तो इस तरह सानू एक घर पहले का चलन है। पर रहाउ का पता जो आया, ऐसा सतगुर सेविए मना, जित सेविए गोविंद प्रीत उपजै, अवर विसर सब जाए, हर सेती चित गहर है, जरा का भाव ना हो वही, जीवन पदवी पाए। 6 घरां वाले सुनेहे नू समझण दा जो ढंग है, ये घर 6वें का ढंग है। जो घर पहले दे ਸੁਨੇਹਿਆਂ ਨੂੰ ਸਮਝਣ ਦੇ ਢੰਗ ਤੋਂ ਰਿਹਾ ਹੋਇਆ ਹੈ, ਵੱਖਰਾ ਹੈ, ਭਿੰਨ ਹੈ। ਇਸ ਕਰਕੇ ਇਹ ਘਰ ਪਹਿਲੇ ਦੇ ਸ਼ਬਦ ਦਾ ਰਹਾਉ ਦਾ ਪਦਾ ਹੈ। ਅਸੀਂ ਜਦੋਂ ਘਰ ਪਹਿਲੇ ਦੀ ਵਿਚਾਰ ਕਰ ਰਹੇ ਹਾਂ ਤਾਂ ਦੂਸਰੀ ਜੋ ਬਾਤ ਅਸੀਂ ਸਮਝਣ ਵਾਲੀ ਹੈ ਘਰ ਪਹਿਲੇ ਤੋਂ ਪ੍ਰਤੀਕ ਹੈ ਕਿ ਘਰ ਪਹਿਲੇ ਦੇ ਸ਼ਬਦਾਂ ਵਿੱਚ ਵਿਸ਼ਰਾਮ ਕਿਵੇਂ ਦੇਣੇ ਹਨ। ਜਦੋਂ ਅਸੀਂ ਵਿਸ਼ਰਾਮ ਦੀ ਗੱਲ ਕਰਦੇ ਹਾਂ ਤਾਂ ਹਰ ਤੁਕ ਦਾ ਵਿਸ਼ਰਾਮ ਕੰਠ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੋਈ ਵਿਚਾਰ ਸ਼ਬਦ ਦੀ ਸ਼ੁਰੂ ਕਰਦੇ ਹਾਂ ਤਾਂ ਅਸੀਂ ਦੱਸਦੇ ਹਾਂ ਇਸ ਤੁਕ ਵਿੱਚ ਇਸ ਤਰ੍ਹਾਂ ਵਿਸ਼ਰਾਮ ਕਰਨਾ ਹੈ, ਇਸ ਤੁਕ ਵਿੱਚ ਇੱਥੇ ਵਿਸ਼ਰਾਮ ਦੇਣਾ ਹੈ। ਇਸ ਤਰ੍ਹਾਂ ਵਿਸ਼ਰਾਮ ਕੰਠ ਨਹੀਂ ਕੀਤੇ ਜਾ ਸਕਦੇ ਹਨ। ਘਰ ਪਹਿਲੇ ਦਾ ਮਤਲਬ ਇਹ ਹੈ ਕਿ ਸਾਰੇ ਘਰ ਪਹਿਲਿਆਂ ਦੇ ਸ਼ਬਦਾਂ ਵਿੱਚ ਵਿਸ਼ਰਾਮ ਦਾ ਇੱਕ ਵਿਧਾਨ ਹੈ। ਹਰ ਤੁਕ ਦੀ ਸਮਾਪਤੀ ਉਪਰੰਤ ਪੂਰਨ ਵਿਰਾਮ ਹੁੰਦਾ ਹੈ ਤੇ ਤੁਕ ਦੇ ਵਿੱਚ ਅਰਧ ਵਿਰਾਮ ਵੀ ਹੋ ਜਾਂਦਾ ਹੈ ਤੇ ਅਤੀ ਅਰਧ ਵਿਰਾਮ ਵੀ ਹੋ ਜਾਂਦਾ ਹੈ। ਜਿੱਥੇ ਸੰਬੋਧਨ ਹੈ, ਜਿੱਥੇ ਕੋਈ ਤੁਕ ਦੇ ਕੋਈ ਭਾਗ ਨੇ, ਪਰ ਤੁਕ ਦੀ ਸਮਾਪਤੀ ਤੇ ਪੂਰਨ ਵਿਰਾਮ ਕੀਤਾ ਜਾਂਦਾ ਹੈ। ਇਹ ਸਮੁੱਚੇ ਤੌਰ ਤੇ ਸਾਰੇ ਘਰ ਪਹਿਲੇ ਦੇ ਸ਼ਬਦਾਂ ਦੀ ਸਾਰੀ ਤੁਕਾਂ ਵਿੱਚ ਅਸੀਂ ਇੱਕ ਸ਼ਬਦ ਘਰ ਪਹਿਲੇ ਦਾ ਸ਼ਬਦ ਦੇਖਦੇ ਹਾਂ, ਜੋ ਚਾਹਤ ਸੋਈ ਮਨ ਪਾਏ। तो ਇਹ ਇੱਕ ਘਰ ਹੋ ਗਿਆ, ਇੱਕ ਤੁਕ ਹੋ ਗਈ, ਇੱਕ ਸਾਨੂੰ ਵਿਸ਼ਾ ਮਿਲ ਗਿਆ। ਜੋ ਚਾਹ ਤੋਂ ਬਾਅਦ ਅਰਧ ਵਿਰਾਮ ਹੋਇਆ, ਪਰ ਪੂਰਨ ਵਿਰਾਮ ਆਇਆ ਤੁਕ ਦੀ ਸਮਾਪਤੀ ਤੇ, ਜੋ ਚਾਹਤ ਸੋਈ ਮਨ ਪਾਏ। तो ਇਸ ਦੇ ਨਾਲ ਸਾਨੂੰ ਇੱਕ ਵਿਸ਼ਾ ਪ੍ਰਾਪਤ ਹੋ ਗਿਆ। ਦੂਸਰੀ ਤੁਕ ਕਰ ਕਿਰਪਾ ਹਰ ਨਾਮ ਦਿਵਾਇਓ। तो ਕਰ ਕਿਰਪਾ ਤੇ ਅਰਧ ਵਿਰਾਮ, ਹਰ ਨਾਮ ਦਿਵਾਇਓ ਤੇ ਪੂਰਨ ਵਿਰਾਮ। तो ਇਉਂ ਇਸ ਦੇ ਵਿਸ਼ਰਾਮ ਘਰ ਪਹਿਲੇ ਅਨੁਸਾਰ ਚੱਲਦੇ ਨੇ। ਘਰ ਪਹਿਲੇ ਦਾ ਉਚਾਰਨ ਦਾ ਵੀ ਲਹਿਜਾ ਇਸ ਦੇ ਨਾਲ ਜੁੜਿਆ ਹੋਇਆ ਹੈ ਕਿ ਘਰ ਪਹਿਲੇ ਵਿੱਚ ਉਚਾਰਨ ਦਾ ਇਸ ਤਰ੍ਹਾਂ ਲਹਿਜਾ ਹੋਏਗਾ ਕਿ ਕਿਉਂਕਿ ਸੁਨੇਹਾ ਅਸੀਂ ਹਰ ਤੁਕ ਵਿੱਚੋਂ ਲੈ ਰਹੇ ਹਾਂ, ਤਾਂ ਹਰ ਤੁਕ ਦੀ ਸਮਾਪਤੀ ਤੇ ਸਾਡੀ ਉਚਾਰਨ ਦੀ ਧੁਨੀ ਇਹੋ ਜਿਹੀ ਹੋਏਗੀ ਕਿ ਜਿਸ ਤੋਂ ਪ੍ਰਤੀਤ ਹੋਏ ਕਿ ਸੁਨੇਹਾ ਸੰਪੂਰਨ ਹੋ ਗਿਆ ਹੈ। ਤਾਂ ਹਰ ਤੁਕ ਦੇ ਵਿੱਚ ਅਸੀਂ ਜਿਸ ਤਰ੍ਹਾਂ ਅਸੀਂ ਸੋਧਰ ਦਾ ਪਾਠ ਕਰਦੇ ਹਾਂ, ਸੋਧਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਿੰਘ। तो इस दे नाल तुक समाप्त हुई तो सानू असी उच्चारण इस तरह समाप्त किया कि सानू स्नेहा मिल गया है। दूसरी तुक शुरू हुई तो दूसरा स्नेहा वाजे तेरे नाद अनेक असंख्य कहते तेरे वावण। तो नादां दी बात नादां दे वजावण वालियां दी गल, कहते तेरे राग परिस्यो कही है, कहते तेरे गावणा। तो कई प्रकार के राग ने, उन्होंने गावण वाले ने। तो इत्थे असी हर तुक की समाप्ति ते इस तरह उच्चारण करना है कि जिवें सानू स्नेहा सानू पूरा पूरा मिलता पिया है। इस तो बाद एक होर आंदी गल कि श्री गुरु ग्रंथ साहिब विच किन्नियां बाणियां ने ते घर पहले अनुसार कोई बाणियां हैं जिहड़ियां असीं घर पहले अनुसार समझ सकते हैं। श्री गुरु ग्रंथ साहिब विच 10 बाणियां इहो जिहियां ने जिन्हां नूं असीं
ਘਰ ਪਹਿਲੇ ਅਨੁਸਾਰ ਸਮਝਦੇ ਹਾਂ, ਭਾਵ ਇਹਨਾਂ ਬਾਣੀਆਂ ਦੇ ਹਰ ਤੁਕ ਵਿੱਚ ਇੱਕ ਅਧਿਆਤਮਕ ਵਿਸ਼ਾ ਹੁੰਦਾ ਹੈ, ਭਾਵ ਹਰ ਤੁਕ ਵਿੱਚ ਇੱਕ ਇੱਕ ਘਰ ਹੁੰਦਾ ਹੈ। ਇਹ ਬਾਣੀਆਂ ਕਿਹੜੀਆਂ ਨੇ? 12 ਮਹਾ ਮਹਲਾ ਪੰਜਵਾਂ, ਦਿਨ ਰਹਿਣ, ਤਿੱਤੀ ਗੌੜੀ ਮਹਲਾ ਪੰਜਵਾਂ, ਮਹਲਾ ਤੀਜਾ ਪੱਟੀ, ਕੁਚਜੀ, ਸੁਚਜੀ, ਗੁਣਵੰਤੀ, ਦੱਖਣੀ ਓਂਕਾਰ, ਸਿੱਧ ਗੋਸਟ ਅਤੇ ਫੁਨ ਹੈ। ਇਹ ਸਾਰੀ ਵੀਡੀਓ ਦਾ ਜੇ ਸਾਰੀ ਵਿਚਾਰ ਦਾ ਨਿਚੋੜ ਕਰਨਾ ਹੋਏ ਤਾਂ ਜਦੋਂ ਕੋਈ ਸ਼ਬਦ ਘਰ ਪਹਿਲੇ ਵਿੱਚ ਹੁੰਦਾ ਹੈ ਤਾਂ ਉਸ ਦੀ ਹਰ ਤੁਕ ਵਿੱਚੋਂ ਇੱਕ ਅਧਿਆਤਮਕ ਵਿਸ਼ਾ ਸਮਝਣਾ ਹੁੰਦਾ ਹੈ। ਸਾਰੀ ਤੁਕ ਨੂੰ ਇਕੱਠਾ ਸਮਝਣਾ ਹੁੰਦਾ ਹੈ, ਖੰਡਿਤ ਕਰਕੇ ਨਹੀਂ ਸਮਝਣਾ ਹੁੰਦਾ ਹੈ। ਇਸ ਘਰ ਪਹਿਲੇ ਦੀ ਹੋਰ ਵਿਸਥਾਰਕ ਜਾਣਕਾਰੀ ਲੈਣੀ ਹੋਏ ਤਾਂ ਇਹ ਕਿਤਾਬ ਹੈ ਗੁਰਬਾਣੀ ਦੀ ਵਿਲੱਖਣਤਾ, ਸੁਨੇਹੇ, ਸ਼ਬਦਾਵਲੀ, ਉਚਾਰਨ। ਇਸ ਵਿੱਚੋਂ ਇਸ ਦੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਜਿਹੀਆਂ ਵੀਡੀਓਜ਼ ਜਿਹੜੀਆਂ ਨੇ ਘਰਾਂ ਦੀ ਬਣ ਰਹੀਆਂ ਨੇ, ਇਹਨਾਂ ਵੀਡੀਓਜ਼ ਨੂੰ YouTube ਚੈਨਲ ਹੈ, ਉਸ ਦਾ ਨਾਮ ਹੈ ਘਰ ਇਨ ਗੁਰਬਾਣੀ, ਉਸ ਦੇ ਵਿੱਚ ਸਾਂਭਿਆ ਹੈ, ਉੱਥੇ ਤੁਸੀਂ ਆ ਕੇ ਵਿਚਾਰ ਵਟਾਂਦਰਾ ਵੀ ਕਰ ਸਕਦੇ ਹੋ। ਤੋ ਅੰਤ ਵਿੱਚ ਘਰ ਪਹਿਲੇ ਦੇ ਸਾਰੇ ਸ਼ਬਦਾਂ ਤੇ ਬਾਣੀਆਂ ਨੂੰ ਸਮਝਣ ਦਾ ਇੱਕੋ ਵਿਧਾਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕਸਾਰਤਾ ਦੇ ਨਾਲ ਲਾਗੂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।